अरविंद केजरीवाल जी ने कहा सी तू मैनू अपना भरा मनदी आ, जे भरा मनदी आ मेरी भैणे तां टैंकी तो नीचे उतर जा। ਉਹਨਾਂ ਨੇ ਕਿਹਾ ਸੀ ਕਿ ਜੀ ਮੈਨੂੰ ਭਰਾ ਮੰਨਦੀਆਂ ਵੀ ਤੁਸੀਂ ਟੈਂਕੀ ਤੋਂ ਨੀਚੇ ਆ ਜਾਓ, ਸਾਡੀ ਸਰਕਾਰ ਆਉਣ ਤੋਂ ਪਹਿਲਾਂ ਅਸੀਂ ਤੁਹਾਡਾ ਕੰਮ ਕਰਾਂਗੇ। ਸਰ ਸਰਕਾਰ ਆਈ ਨੂੰ ਵੀ ਦੇਖ ਲਓ 3.5 ਮਹੀਨੇ ਤੋਂ ਉੱਪਰ ਹੋ ਗਿਆ, ਸਾਡੇ ਕੋਲ ਦੀ ਲੰਘ ਜਾਂਦੇ, ਸਾਡੀ ਕੋਈ ਸਾਰ नहीं ली जा रही हैगी। मेरी आपसे यही विनती है जितना जल्दी नीचे आ जाए, हमें आपकी सेहत की भी चिंता है, आपके परिवार की भी चिंता है। नीचे आ जाओ नहीं तो मेरे को धरने पे बैठना पड़ेगा। ਬਕਾਇਦਾ ਉਹਨਾਂ ਦੇ ਘਰ ਪੁਲਿਸ ਵੱਲੋਂ ਫੋਨ ਕੀਤੇ ਜਾ ਰਹੇ ਨੇ, ਧਮਕਾਇਆ ਜਾ ਰਿਹਾ, ਉਹਨਾਂ ਦੇ ਘਰਦਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵੀ ਕੁੜੀਆਂ ਨੂੰ ਲਾ ਲਓ, ਤੁਹਾਡੇ ਦੇ ਕਾਰਵਾਈ ਹੋਊ, ਤੁਹਾਡੇ ਦੇ ਪਰਚੇ ਕੀਤੇ ਜਾਣਗੇ। ਅਸੀਂ ਮੀਤਿਹਾਰ ਜੀ ਦੀ ਕੋਠੀ ਅੱਗੇ ਗਏ ਸੀਗੇ ਮੀਟਿੰਗ ਦੇ ਲਈ, ਸਾਡੀਆਂ ਭੈਣਾਂ ਦੀਆਂ ਚੁੰਨੀਆਂ ਪਾੜੀਆਂ ਗਈਆਂ, ਕੱਪੜੇ ਪਾੜੇ ਗਏ, ਛਿੱਤਰ ਪਰੇਡ ਸਾਡੇ ਸਾਥੀਆਂ ਦੀ ਕੀਤੀ ਗਈ। ਜਿਮਨੀ ਚੋਣ ਹੋ ਰਹੀ ਆ ਤੇ ਹੁਣ ਤਾਂ ਲਗਾਤਾਰ ਤੁਹਾਡੇ ਕੋਲੇ ਆਉਂਦੇ ਹੋਣੇ ਵੋਟਾਂ ਵਾਲੇ। 3 ਮਹੀਨੇ ਜਦੋਂ ਵੋਟਾਂ ਦਾ ਟਾਈਮ ਸੀ ਉਦੋਂ ਸਾਡੇ ਕੋਲ ਖੁਦ ਆਉਂਦੇ ਸੀ, ਹੁਣ ਅਸੀਂ 3.5 ਮਹੀਨੇ ਚੱਪਲਾਂ ਘਸਾਈਆਂ, ਇਹਨਾਂ ਮੂਹਰੇ ਸਾਨੂੰ ਕੋਈ ਨਹੀਂ ਮਿਲਿਆ। ਵੋਟਾਂ ਟਾਈਮ ਸੀ, ਕਾਂਗਰਸ ਸਰਕਾਰ ਸੀ, ਉਦੋਂ ਅਕਾਲੀ ਤੇ ਆਮ ਪਾਰਟੀ ਨੇ ਪੂਰਾ ਫਾਇਦਾ ਚੱਕਿਆ, ਠੀਕ ਹੈ ਜੀ। ਹੁਣ ਆਮ ਪਾਰਟੀ ਸਰਕਾਰ ਆ, ਅਕਾਲੀ ਤੇ ਕਾਂਗਰਸ ਵਾਲੇ ਪੂਰਾ ਫਾਇਦਾ ਚੱਕ ਰਹੇ ਨੇ, ਸਾਡੀ ਤਿੰਨਾਂ ਨੇ ਨਹੀਂ ਸੁਣੀ। ਜੇ ਉਹਨਾਂ ਨੇ ਸੁਣੀ ਹੁੰਦੀ, ਅਕਾਲੀ ਨੇ, ਜੇ ਕਾਂਗਰਸ ਨੇ, ਜਾਂ ਕਿਸੇ ਨੇ, ਤੇ ਸਾਡੇ ਤੇ ਆਹ ਦਿਨ ਨਹੀਂ ਆਉਣੇ ਚਾਹੀਦੇ। ਕਿ ਆਮ ਆਦਮੀ ਪਾਰਟੀ ਹੁਣ ਸੱਤਾ ਦੇ ਵਿੱਚ ਹੈ, ਇੱਥੇ ਦਲਵੀਰ ਸਿੰਘ ਗੋਲਡੀ ਵੀ ਆਉਂਦੇ ਨੇ ਜਿਹੜੇ ਕਹਿੰਦੇ ਤੁਹਾਡੇ ਨਾਲ ਖੜਾਂਗੇ। ਗੋਲਡੀ ਜੀ 5 ਸਾਲ ਤੁਹਾਡੀ ਸਰਕਾਰ ਸੀ, ਤੁਸੀਂ ਦੱਸੋ ਤੁਸੀਂ ਕਿੰਨਾ ਕੁ ਚਿਰ ਇਹਨਾਂ ਦੇ ਨਾਲ ਖੜੇ? ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਡਾ ਸਵਾਲ ਆ, 11 ਤੋਂ ਲੈ ਕੇ 17 ਤੱਕ ਤੁਸੀਂ ਸੀ ਸੱਤਾ ਦੇ ਵਿੱਚ 6 ਸਾਲ ਦੇ ਲਈ, ਤਾਂ ਤੁਸੀਂ ਉਦੋਂ ਇਹਨਾਂ ਦੇ ਨਾਲ ਕਿੰਨਾ ਖੜੇ? ਹੁਣ ਤੁਹਾਡੀ ਭਾਸ਼ਾ ਹੋਰ ਹੁੰਦੀ ਆ, ਹੁਣ ਤੁਸੀਂ ਸਿਰਫ ਸਿਆਸਤ ਕਰਨੀ ਹੁੰਦੀ ਆ। ਪੰਜਾਬ 'ਚ ਸੱਤਾ ਦਾ ਕੇਂਦਰ ਬਦਲਣ ਦੇ ਨਾਲ ਨਾਲ ਧਰਨਿਆਂ ਦੀ ਥਾਂ ਵੀ ਬਦਲ ਜਾਂਦੀ ਆ। ਕਦੇ ਧਰਨੇ ਬਠਿੰਡਿਓਂ ਪਟਿਆਲੇ ਪਹੁੰਚ ਜਾਂਦੇ ਨੇ ਤੇ ਫਿਰ ਵਾਇਆ ਖਰੜ ਚਮਕੌਰ ਸਾਹਿਬ ਹੁੰਦੇ ਹੋਏ ਹੁਣ ਬੇਰੁਜ਼ਗਾਰਾਂ ਦੇ ਧਰਨੇ ਸੰਗਰੂਰ 'ਚ ਪਹੁੰਚ ਗਏ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਤੋਂ ਨੇ, ਜਿਹੜੇ ਕਹਿੰਦੇ ਹੁੰਦੇ ਸੀ ਕਿ ਸਿਰਫ ਧਰਨਿਆਂ ਦੀ ਥਾਂ ਬਦਲਦੀ ਆ ਪਰ ਬੇਰੁਜ਼ਗਾਰਾਂ ਦੀ, ਪੰਜਾਬ ਦੀ ਜਵਾਨੀ ਦੀ ਕਿਸਮਤ ਨਹੀਂ ਬਦਲਦੀ। ਤਾਂ ਹੁਣ ਉਸੇ ਸੰਗਰੂਰ ਦੇ ਵਿੱਚ ਇਹ ਬੇਰੁਜ਼ਗਾਰ ਨੇ, ਜਿਹੜੇ ਨੌਜਵਾਨ ਨੇ, ਆਪਾਂ ਗੱਲਬਾਤ ਇਹਨਾਂ ਨਾਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਤੁਹਾਡੀ ਕਿਹੜੀ ਯੂਨੀਅਨ ਆ ਹੈ ਨਾ, ਤੇ ਤੁਹਾਡਾ ਕੀ ਮੁੱਦਾ ਹੈਗਾ? ਸਾਡੀ ਬੇਰੁਜ਼ਗਾਰ ਪੀਟੀ 646 ਜਥੇਬੰਦੀ ਹੈ ਜੀ। ਸਾਡਾ ਮੁੱਦਾ ਪਿਛਲੇ 11 ਸਾਲ ਤੋਂ ਅਕਾਲੀ ਸਰਕਾਰ ਨੇ ਸਾਡੀ ਭਰਤੀ ਕੱਢੀ ਸੀ, ਪਰ ਉਸ ਸਮੇਂ ਟੈਟ ਦੀ ਸ਼ਰਤ ਲਾਗੂ ਹੋਣ ਕਾਰਨ ਕੋਰਟ ਦੇ ਵਿੱਚ ਭਰਤੀ ਚਲੀ ਗਈ ਸੀ। ਮਾਣਯੋਗ ਹਾਈ ਕੋਰਟ ਤੇ NCT ਦੀਆਂ ਸ਼ਰਤਾਂ ਅਨੁਸਾਰ ਟੈਟ ਸਾਡੇ ਤੇ ਲਾਗੂ ਨਹੀਂ ਹੋਇਆ। 2016 ਦੇ ਵਿੱਚ ਦੁਬਾਰਾ ਫਿਰ ਕਾਂਗਰਸ ਸਰਕਾਰ ਨੇ ਸਾਡੇ ਤੇ ਟੈਸਟ ਦੀ ਸ਼ਰਤ ਲਾਗੂ ਕਰ ਦਿੱਤੀ ਗਈ, ਪਰ 23 ਦਸੰਬਰ 2021 ਨੂੰ ਮਾਣਯੋਗ ਹਾਈ ਕੋਰਟ ਦਾ ਫੈਸਲਾ ਆਇਆ ਵੀ ਸਾਡੇ ਤੇ ਟੈਟ ਸਬਜੈਕਟ ਟੈਸਟ ਲਾਗੂ ਨਹੀਂ ਹੈਗਾ। ਪਰ ਸਾਡੀ ਜਿਹੜੀ ਮੰਗ ਆ ਵੀ ਜਿਹੜਾ ਇਸ਼ਤਿਹਾਰ ਦੇ ਮੁਤਾਬਕ ਸਾਡੀ ਭਰਤੀ ਕੀਤੀ ਜਾਵੇ। ਉਸ ਸਮੇਂ 11 ਦੇ ਵਿੱਚ ਭਰਤੀਆਂ ਸੀ ਜਿਹੜੀਆਂ +2 ਔਰ ਸੀਪੀਐਟ ਦੇ ਅੰਕਾਂ ਦੇ ਆਧਾਰ 'ਤੇ ਭਰਤੀ ਹੁੰਦੀ ਸੀ, ਨਰੋਲ PTI ਦੀ ਭਰਤੀ ਕੀਤੀ ਜਾਵੇ ਜੀ। ਤੇ ਅੱਜ ਇਸ ਕਰਕੇ ਟੈਂਕੀ ਉੱਪਰ ਚੜ੍ਹੀਆਂ ਨੇ ਸਾਡੀਆਂ 2 ਭੈਣਾਂ, ਜਿਹੜੀਆਂ 2 ਭੈਣਾਂ ਚੜ੍ਹੀਆਂ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਸੁਹਾਣਾ ਟੈਂਕੀ ਉੱਪਰ। ਇਹ ਦੋਨੇ ਕੁੜੀਆਂ ਨੂੰ ਆਪਣੀ ਭੈਣ ਬਣਾ ਕੇ ਉਤਾਰ ਕੇ ਗਿਆ ਸੀ। ਜੋ ਸਾਡੀ ਸਰਕਾਰ ਆਉਂਦੀ ਆ ਤੇ ਸਾਡੀ ਸਰਕਾਰ ਆਉਣ ਤੇ ਤੁਹਾਡੀ ਸਭ ਤੋਂ ਪਹਿਲਾਂ ਮਹਿੜ ਸੂਚੀ ਜਾਰੀ ਕੀਤੀ ਜਾਊਗੀ। ਅਰਵਿੰਦ ਕੇਜਰੀਵਾਲ ਜੀ ਨੇ ਆਪਣੀ ਭੈਣ ਬਣਾ ਕੇ ਵਾਅਦਾ ਕਰਕੇ ਇਹਨਾਂ ਨੂੰ ਨੀਚੇ ਤਾਰਿਆ ਸੀ, ਪਰ ਅੱਜ ਉਹੀ ਲੜਕੀ, ਉਹੀ ਭੈਣ ਸਾਡੀ ਦਲੀਲਾਂ ਦੇ ਰਹੀ ਹੈ ਭਗਵੰਤ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਤੁਹਾਡੀ ਭੈਣ ਟੈਂਕੀ ਉੱਪਰ ਫਿਰਦੀ ਆ। ਦੇਖੋ ਜੀ, ਭਗਵੰਤ ਮਾਨ ਦੀ ਭੈਣ ਆ ਜਿਹੜੀ ਉਹ ਕੰਪੇਨ ਕਰ ਰਹੀ ਆ ਤੇ ਅਰਵਿੰਦ ਕੇਜਰੀਵਾਲ ਦੀ ਭੈਣ ਟੈਂਕੀ ਉੱਪਰ ਚੜੀ ਹੋਈ ਹੈ ਜੀ। ਅੱਜ ਸਾਡੀ ਸਰਕਾਰ ਨੂੰ ਬੇਨਤੀ ਆ ਤੇ ਸਾਡੀ ਜਿਹੜੀ ਮੰਗ ਆ ਵੀ 646 PT ਦੀ ਭਰਤੀ ਦੀ ਜਿਹੜੀ ਸੂਚੀ ਆ, ਮਹਿੜ ਸੂਚੀ ਆ, ਉਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਜੀ। ਪਿਛਲੇ ਦਿਨੀ ਸੁਹਾਣਾ ਟੈਂਕੀ ਉੱਪਰ ਸਾਡੇ ਭਰਾ ਦਲਜੀਤ ਸਿੰਘ ਜੀ, ਕਾਕਾ ਭਾਊ ਜੀ, ਜਿਨ੍ਹਾਂ ਦੀ ਉੱਥੇ ਮੌਤ ਹੋ ਗਈ ਸੀ ਡੇਂਗੂ ਕਾਰਨ, ਉਹਨਾਂ ਦੇ ਭੋਗ ਦੇ ਉੱਪਰ, ਜੋ ਮਾਨਸਾ ਜ਼ਿਲ੍ਹਾ ਪਿੰਡ ਕੌੜੀਵਾੜਾ, ਉਹਨਾਂ ਦਾ ਮਾਨਸਾ ਜ਼ਿਲ੍ਹਾ ਪਿੰਡ ਕੌੜੀਵਾੜਾ, ਉਹਨਾਂ ਦੇ ਘਰ ਆ ਕੇ ਦਲਜੀਤ ਸਿੰਘ, ਹਰਪਾਲ ਸਿੰਘ ਚੀਮਾ ਜੀ ਜੋ ਅੱਜ ਵਿੱਤ ਮੰਤਰੀ ਨੇ, ਗੁਰਪ੍ਰੀਤ ਸਿੰਘ ਬਨਾਵਾਲੀ ਤੇ ਪ੍ਰਿੰਸੀਪਲ ਬੁੱਧਰਾਮ ਜੀ, ਉਹਨਾਂ ਦੇ ਭੋਗ ਤੇ ਸੰਸਕਾਰ ਤੇ ਕਹਿ ਕੇ ਆਏ ਸੀ ਵੀ ਜੋ ਸਾਡੀ ਸਰਕਾਰ ਆਈ ਅਸੀਂ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦੇਵਾਂਗੇ। ਪਰ ਅੱਜ ਉਹਦਾ ਬੱਚਾ 4 ਸਾਲਾਂ ਦਾ, ਉਹਦੇ ਘਰ ਦਾ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ, 2.5 ਤੋਂ 3 ਏਕੜ ਜ਼ਮੀਨ ਆ, ਪਰ ਕੋਈ ਵੀ ਸਾਰ ਨਹੀਂ ਲਿੱਤੀ ਜਾ ਰਹੀ ਜੀ। ਅੱਛਾ, ਤੁਸੀਂ ਬਦਲਾਅ ਦੀ ਗੱਲ ਕੀਤੀ ਆ, ਤੁਸੀਂ ਤਾਂ ਬਦਲਾਅ ਲਾਏ, ਤੁਹਾਨੂੰ ਲੱਗਦਾ ਕੋਈ ਉਮੀਦ ਹੈਗੀ ਆ ਕਿ ਤੁਹਾਡੀ ਜ਼ਿੰਦਗੀ 'ਚ ਜਿਹੜਾ ਬਦਲਾਅ ਲੈ ਆਊਗੀ ਸਰਕਾਰ? ਦੇਖੋ ਜੀ, ਅੱਜ 3 ਮਹੀਨੇ ਹੋ ਗਏ ਸਰਕਾਰ ਨੂੰ, ਅਸੀਂ ਵੀ ਕਹਿੰਦੇ ਆ ਵੀ ਸਰਕਾਰ ਨੂੰ ਸਮਾਂ ਚਾਹੀਦਾ, ਬਿਲਕੁਲ ਵੀ ਖਜ਼ਾਨਾ ਖਾਲੀ ਸੀਗਾ, ਬਹੁਤ ਪੈਨਾ ਘਪਲੇ ਸੀਗੇ, ਅਸੀਂ ਸਰਕਾਰ ਦੇ ਉਲਟ ਨਹੀਂ। ਪਰ ਜਦੋਂ ਸਾਡੇ ਨਾਲ ਵਾਅਦਾ ਕਰਕੇ ਸਾਡੀ 11 ਸਾਲ ਦੀ ਭਰਤੀ ਆ ਕੋਰਟ 'ਚੋਂ ਬਾਹਰ ਆ ਚੁੱਕੀ ਆ, ਇੱਕ ਸਰਕਾਰ ਆਪਣੀਆਂ ਭਰਤੀਆਂ ਕੱਢ ਰਹੀ ਆ, ਜਾਂ ਤਾਂ ਇਹ ਸਮਝ ਲਓ ਵੀ ਇਹ ਅਕਾਲੀਆਂ ਤੇ ਕਾਂਗਰਸੀਆਂ ਦੀ ਭਰਤੀ ਤਾਂ ਇਸ ਤੋਂ ਪਿੱਛਾ ਛਡਾ ਰਹੀ ਆ। ਆਪਣੀਆਂ ਨਵੀਆਂ ਭਰਤੀਆਂ ਕੱਢ ਕੇ ਸਰਕਾਰ, ਜਿਵੇਂ ETT ਦੀ ਭਰਤੀ ਆ ਗਈ, ਜਾਂ ਪੰਜਾਬ ਪੁਲਿਸ ਦੀ ਭਰਤੀ ਆ ਗਈ, ਜਾਂ ਪਟਵਾਰੀਆਂ ਦੀ ਭਰਤੀ ਆ ਗਈ, ਉਹਨਾਂ ਦੀ ਭਰਤੀ ਨੂੰ ਜਾਂ
ਮੈਡੀਕਲ ਦੇ ਵਿੱਚ ਭਰਤੀਆਂ ਕਿ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਸਾਡੀ ਬੇਨਤੀ ਆ ਵੀ ਸਾਡੀ ਭਰਤੀ 11 ਸਾਲ ਤੋਂ ਪੁਰਾਣੀ ਹੈ, ਸਾਡੇ ਸਾਥੀ 40 45 ਸਾਲ ਦੇ ਹੋ ਗਏ, ਕੁਝ ਦਾ ਸਾਡੇ ਸਾਥੀ ਦੀ ਓਵਰੇਜ ਹੋ ਚੁੱਕੇ ਨੇ, ਕਾਫੀ ਸਾਡੇ ਸਾਥੀ ਅਨਮੈਰਿਡ ਤੁਰੇ ਫਿਰਦੇ ਨੇ। ਕਾਰਨ ਕੀ ਸੀ ਵੀ ਰੁਜ਼ਗਾਰ ਮਿਲੂਗਾ ਤਾਂ ਨੌਕਰੀ ਮਿਲੂਗੀ ਤਾਂ ਮੈਰਿਜ ਹੋਊ, ਕਈ ਗਰੀਬੀ ਦੇ ਕਾਰਨ ਸਿਰਫ ਇੱਕ ਕੋਰਸ ਕਰਕੇ ਹੀ ਆਪਣਾ ਗੁਜ਼ਾਰਾ ਕਰਦੀ ਸੀਗੀ ਜੀ। ਹੋਰ ਵੀ ਤੁਸੀਂ ਦੱਸਿਆ ਵੀ 2 ਬੀਬੀਆਂ ਜਿਹੜੀਆਂ ਟੈਂਕੀ ਦੇ ਉੱਪਰ ਬੈਠੀਆਂ ਨੇ ਜੀ, ਜਿਹੜੀਆਂ 2 ਭੈਣਾਂ ਸ਼ਿੱਪੀ ਸ਼ਰਮਾ ਤੇ ਅਰੁਣੀਤ ਬਠਿੰਡਾ ਜੀ, ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਆ। ਅੱਜ ਉਹਨਾਂ ਦਾ ਮੈਡੀਕਲ ਵੀ ਹੋਇਆ ਤੇ ਦੋਨਾਂ ਭੈਣਾਂ ਨੂੰ ਬੁਖਾਰ ਚੜਿਆ ਹੋਇਆ ਤੇ ਜਿਹੜੀ ਹਾਲਤ ਆ ਤਰਸਯੋਗ ਬਣੀ ਹੋਈ ਆ। ਵਕਾਇਦਾ ਉਹਨਾਂ ਦੇ ਘਰ ਪੁਲਿਸ ਵੱਲੋਂ ਫੋਨ ਕੀਤੇ ਜਾ ਰਹੇ ਨੇ, ਧਮਕਾਇਆ ਜਾ ਰਿਹਾ, ਉਹਨਾਂ ਦੇ ਘਰਦਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵੀ ਕੁੜੀਆਂ ਨੂੰ ਲਾ ਲਓ, ਤੁਹਾਡੇ ਦੇ ਕਾਰਵਾਈ ਹੋਊ, ਤੁਹਾਡੇ ਦੇ ਪਰਚੇ ਕੀਤੇ ਜਾਣਗੇ। ਦੇਖੋ ਜੀ, ਸਰਕਾਰ ਹੱਲ ਕਰਨ ਦੀ ਬਜਾਏ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਹੀ ਸਿਰਫ ਉਹੀ ਕੰਮ, ਉਹੀ ਇਹਨਾਂ ਦੇ ਕਿੱਤੇ ਨੇ, ਸਿਰਫ ਜਿਹੜੇ ਚਿਹਰੇ ਬਦਲੇ ਨੇ, ਕੁਰਸੀਆਂ ਸੇਮ ਨੇ ਜੀ। ਪਰ ਮੈਂ ਉਹੀ ਤੁਸੀਂ ਗੱਲ ਕੀਤੀ ਸੀ ਕਿ ਸਮਾਂ ਚਾਹੀਦਾ ਸਰਕਾਰ ਨੂੰ। ਮੈਂ ਵੀ ਸਰਕਾਰ ਦਾ ਸਵਾਲ ਕਰਦਾ ਕਿ ਸਰਕਾਰ ਕਹਿੰਦੀ ਆ ਬਹੁਤ ਕੁਝ ਖਰਾਬ ਹੋਇਆ, ਸਾਨੂੰ ਘੱਟੋ ਘੱਟ ਸਾਲ 6 ਮਹੀਨੇ ਤਾਂ ਲੱਗਣਗੇ। ਜੋ ਗੰਦ ਪਹਿਲੀਆਂ ਉਹ ਇਹ ਸ਼ਬਦ ਯੂਜ਼ ਕਰਦੇ ਨੇ ਕਿ ਜੋ ਗੰਦ ਉਹ ਪਹਿਲਾਂ ਉਹ ਪਾ ਗਏ, ਸਾਨੂੰ ਉਹਨੂੰ ਸਮੇਟਣ ਦੇ ਲਈ ਸਮਾਂ ਲੱਗੇਗਾ। ਤਾਂ ਕੀ ਤੁਸੀਂ ਸਰਕਾਰ ਨੂੰ ਜੇ ਸਮਾਂ ਦੇਣ ਦੇ ਲਈ ਤਿਆਰ ਹੋ ਤਾਂ ਫਿਰ ਧਰਨਾ ਹੀ ਕਿਉਂ ਜ਼ਰੂਰੀ ਆ? ਕਿ ਨੈਗੋਸ਼ੀਏਸ਼ਨ ਨਹੀਂ ਹੋ ਸਕਦਾ, ਸਰਕਾਰ ਨਾਲ ਗੱਲਬਾਤ ਨਹੀਂ ਹੋ ਸਕਦੀ? ਦੇਖੋ ਜੀ, ਅਸੀਂ 3 ਮਹੀਨੇ ਹੋ ਗਏ ਨਾ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਮਿਲੇ, ਨਾ ਸਿੱਖਿਆ ਮੰਤਰੀ ਮਿਲੇ ਨੇ। ਪਿਛਲੀ 22 ਤਰੀਕ ਨੂੰ ਅਸੀਂ ਮੀਤਿਹਾਰ ਜੀ ਦੀ ਕੋਠੀ ਅੱਗੇ ਗਏ ਸੀਗੇ ਮੀਟਿੰਗ ਦੇ ਲਈ। ਸਾਡੀਆਂ ਭੈਣਾਂ ਦੀਆਂ ਚੁੰਨੀਆਂ ਪਾੜੀਆਂ ਗਈਆਂ, ਕੱਪੜੇ ਪਾੜੇ ਗਏ, ਛਿੱਤਰ ਪਰੇਡ ਸਾਡੇ ਸਾਥੀਆਂ ਦੀ ਕੀਤੀ ਗਈ। ਬਿਲਕੁਲ ਸੇਮ ਹੋਇਆ। ਸਾਨੂੰ 4 ਮੀਟਿੰਗਾਂ ਦਿੱਤੀਆਂ ਗਈਆਂ। ਜਦੋਂ ਚੰਡੀਗੜ੍ਹ ਪਹਿਲਾਂ 1 ਤਰੀਕ ਦੀ ਮੀਟਿੰਗ ਮਿਲੀ, ਫਿਰ 7 ਦੀ ਮਿਲੀ, ਫਿਰ 9 ਦੀ ਮਿਲੀ, ਫਿਰ 15 ਦੀ। 4 ਵਾਰੀ ਅਸੀਂ ਚੰਡੀਗੜ੍ਹ ਗਏ, ਉੱਥੇ ਸਾਡਾ 6 ਤੋਂ 7 ਹਜ਼ਾਰ ਰੁਪਇਆ ਖਰਚਾ ਆਉਂਦਾ। ਉੱਥੋਂ ਖਾਲੀ ਮੂੰਹ ਪਰਤਦਿਆਂ ਕਹਿੰਦੇ ਨੇ ਮੀਟਿੰਗ ਪੋਸਟਪੋਨ ਹੋ ਗਈ। ਸਿਰਫ ਉਹਨਾਂ ਨੇ 1 ਸਕਿੰਟ 'ਚ ਗੱਲ ਕਹਿਣੀ ਹੁੰਦੀ ਆ। ਅਸੀਂ ਆਪਣਾ ਪ੍ਰਬੰਧ ਕਰਕੇ ਜਾਂਦੇ ਹਾਂ, ਪੈਸਾ ਇਕੱਠਾ ਕਰਕੇ ਜਾਂਦੇ ਹਾਂ, ਚੰਡੀਗੜ੍ਹ ਜਾਂਦੇ ਹਾਂ, ਆਸ ਹੁੰਦੀ ਹੈ ਮੀਟਿੰਗ ਹੋਊ, ਪਰ ਅੱਜ ਤੱਕ ਸਿੱਖਿਆ ਮੰਤਰੀ ਨਾਲ ਸਾਡੀ ਪੈਨਲ ਮੀਟਿੰਗ ਨਹੀਂ ਹੋਈ ਹੈਗੀ। ਜਿਹੜੀਆਂ ਬੀਬੀਆਂ ਉੱਪਰ ਬੈਠੀਆਂ ਨੇ ਉਹਨਾਂ 'ਚੋਂ ਤੁਸੀਂ ਇੱਕ ਦਾ ਜ਼ਿਕਰ ਕਰਦੇ ਹੋ, ਉਹਨਾਂ ਨੂੰ ਕੇਜਰੀਵਾਲ ਨੇ ਭੈਣ ਬਣਾਇਆ ਸੀ। ਬਿਲਕੁਲ ਜੀ, ਜੋ ਸ਼ਿੱਪੀ ਸ਼ਰਮਾ ਮਾਨਸਾ ਤੋਂ ਨੇ ਜੀ, ਉਹ ਪਿਛਲੀਆਂ ਸਰਕਾਰਾਂ ਵੇਲੇ ਅਰਵਿੰਦਰ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਬਹੁਤ ਉਹਨਾਂ ਦੇ ਧਿਆਨ ਸੀਗਾ। ਕਹਿੰਦੀ ਸਾਡੀ ਜੇ ਤੁਸੀਂ ਧਰਮ ਦੀ ਭੈਣ ਹੋ, ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਤੂੰ ਮੈਨੂੰ ਆਪਣਾ ਭਰਾ ਮੰਨਦੀ ਆ, ਜੇ ਭਰਾ ਮੰਨਦੀ ਆ ਮੇਰੀ ਭੈਣੇ ਤਾਂ ਟੈਂਕੀ ਤੋਂ ਨੀਚੇ ਉਤਰ ਜਾ। ਜੋ ਸਾਡੀ ਸਰਕਾਰ ਆਈ, ਆਪਣੀ ਸਰਕਾਰ ਆਈ, ਸਾਡੀ ਨੇ ਕਿਹਾ ਉਦੋਂ ਕਹਿੰਦੀ ਆਪਣੀ ਸਰਕਾਰ ਆਈ, ਜਦੋਂ ਆਪਣੀ ਸਰਕਾਰ ਆਈ ਤਾਂ ਤੁਹਾਡੀ 646 ਦੀ ਮੈਟ ਸੂਚੀ ਜਾਰੀ ਕੀਤੀ ਜਾਊ। ਪਰ ਅੱਜ ਅਰਵਿੰਦ ਕੇਜਰੀਵਾਲ ਜੀ ਆਪਣੇ ਜਲੰਧਰ ਦੇ ਵਿੱਚ ਆ ਕੇ ਵਾਗੇ ਥਾਂ ਥਾਂ ਤੁਰੇ ਫਿਰਦੇ ਨੇ। ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਜਿਹਨੂੰ ਇਹ ਭੈਣ ਬਣਾਇਆ, ਭੈਣ ਕੋਈ ਆਮ ਗੱਲ ਨਹੀਂ ਹੁੰਦੀ। ਭੈਣ ਦਾ ਜਿਹੜਾ ਰਿਸ਼ਤਾ ਉਹ ਬਹੁਤ ਵੱਡਾ ਹੁੰਦਾ ਗਾ, ਜੇ ਭੈਣ ਸਮਝ ਕੇ ਚੱਲੀਏ ਜੀ। ਤਾਂ ਮੈਂ ਚਾਹੂੰਗਾ ਇੱਕ ਵਾਰੀ ਆਪਾਂ ਉੱਪਰ ਜਾ ਕੇ ਉਹਨਾਂ ਬੀਬੀਆਂ ਨਾਲ ਵੀ ਗੱਲ ਕਰ ਲਈਏ। ਤਾਂ ਇੱਕ ਜਣਾ ਮੇਰੇ ਨਾਲ ਆ ਜਾਓ। ਤਾਂ ਇਹ ਉਹ ਬੀਬਾ ਜੀ ਨੇ ਜਿਨ੍ਹਾਂ ਨੂੰ ਕੇਜਰੀਵਾਲ ਨੇ ਕਿਹਾ ਸੀ, ਇਹ ਕਹਿੰਦੇ ਨੇ ਕਿ ਮੈਨੂੰ ਕੇਜਰੀਵਾਲ ਨੇ ਆਏ ਸੀ ਤੇ ਮੈਨੂੰ ਭੈਣ ਬਣਾਇਆ ਸੀ, ਕਿਹਾ ਸੀ ਕਿ ਸਭ ਤੋਂ ਪਹਿਲਾਂ ਜਦੋਂ ਵੀ ਆਪਣੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਆਪਣਾ ਕੰਮ ਹੋਊਗਾ, ਸਭ ਤੋਂ ਪਹਿਲਾਂ ਤੁਹਾਡਾ ਕੰਮ ਕਰਾਂਗੇ ਅਸੀਂ। ਤਾਂ ਕੀ ਭੈਣ ਇਹੀ ਆਖਿਆ ਸੀ ਉਹਨਾਂ ਨੇ? ਹਾਂਜੀ ਸਰ, ਉਹਨਾਂ ਨੇ ਕਿਹਾ ਸੀ ਕਿ ਜੀ ਮੈਨੂੰ ਭਰਾ ਮੰਨਦੀਆਂ ਵੀ ਤੁਸੀਂ ਟੈਂਕੀ ਤੋਂ ਨੀਚੇ ਆ ਜਾਓ, ਸਾਡੀ ਸਰਕਾਰ ਆਉਣ ਤੋਂ ਪਹਿਲਾਂ ਅਸੀਂ ਤੁਹਾਡਾ ਕੰਮ ਕਰਾਂਗੇ। ਸਰ ਸਰਕਾਰ ਆਈ ਨੂੰ ਵੀ ਦੇਖ ਲਓ 3.5 ਮਹੀਨੇ ਤੋਂ ਉੱਪਰ ਹੋ ਗਿਆ, ਸਾਡੇ ਕੋਲ ਦੀ ਲੰਘ ਜਾਂਦੇ, ਸਾਡੀ ਕੋਈ ਸਾਰ ਨਹੀਂ ਲਈ ਜਾ ਰਹੀ ਹੈਗੀ। ਇੱਥੇ ਬੈਠੇ ਸੀ ਉਦੋਂ ਤੁਸੀਂ, ਉਦੋਂ ਕਿਹੜੀ ਜਗ੍ਹਾ ਤੇ ਆਏ ਸੀ ਕੇਜਰੀਵਾਲ? ਸਰ ਉਦੋਂ ਸੁਹਾਣਾ ਸਾਹਿਬ ਸੀ, ਅਸੀਂ ਮੁਹਾਲੀ 'ਚ ਉੱਥੇ ਪਾਣੀ ਦੀ ਟੈਂਕੀ 3 ਮਹੀਨੇ ਲਾਏ ਸੀ, ਉਦੋਂ ਸਰ ਆਏ ਸੀ ਕੇਜਰੀਵਾਲ ਜੀ ਤੇ ਭਗਵੰਤ ਮਾਨ ਸਰ ਆਏ ਸੀ ਸਰ। ਤੇ ਹੁਣ ਫਿਰ ਇੱਥੇ ਬੈਠਿਆਂ ਨੂੰ ਤੁਹਾਨੂੰ ਕਿੰਨੇ ਦਿਨ ਹੋ ਗਏ? ਸਰ ਸਾਡਾ 5ਵਾਂ ਦਿਨ ਹੈ ਇੱਥੇ। ਤੇ ਹੁਣ ਹਾਲਾਂਕਿ ਸੰਗਰੂਰ 'ਚ ਤਾਂ ਇਲੈਕਸ਼ਨ ਹੋ ਰਹੀ ਆ, ਜਿਮਨੀ ਚੋਣ ਹੋ ਰਹੀ ਆ, ਤੇ ਹੁਣ ਤਾਂ ਲਗਾਤਾਰ ਤੁਹਾਡੇ ਕੋਲ ਆਉਂਦੇ ਹੋਣੇ ਵੋਟਾਂ ਵਾਲੇ। ਸਰ ਸਾਡੇ ਕੋਲ ਆਮ ਪਾਰਟੀ ਦਾ ਕੋਈ ਨਹੀਂ ਆਏ। ਇੱਕ ਕੌਣ ਆਏ ਸੀ ਵੀਰੇ? ਮੰਤਰੀ ਸਾਹਿਬ ਆਏ ਸੀ, ਉਹ ਸਾਨੂੰ ਕਹਿ ਰਹੇ ਨੀਚੇ ਆ ਜਾਓ, ਪਰ ਉਹਨਾਂ ਨੇ ਸਾਨੂੰ ਕੋਈ ਵਿਸ਼ਵਾਸ ਨਹੀਂ ਦਿਲਾਇਆ ਕਿ ਮੀਟਿੰਗ ਪੱਕੇ ਤੌਰ ਤੇ ਦਿਲਾਣਗੇ ਜਾਂ ਨਾ। ਸਰ ਵੀ ਕੋਲ ਲਾਰਾ ਲਾ ਕੇ ਸਾਨੂੰ ਨੀਚੇ ਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਸੀਂ ਜੋ ਆਪਣਾ ਏਮ ਲੈ ਕੇ ਚੜ੍ਹੇ, ਆਪਣੀ ਮੈਰਿਟ ਲਿਸਟ ਲਈ ਚੜ੍ਹੇ ਹਾਂ, ਸਾਨੂੰ ਉਹ ਖਰਾਬ ਕਰਨ ਲਈ ਸਾਨੂੰ ਕੋਈ ਵਿਸ਼ਵਾਸ ਨਹੀਂ ਦਿਲਾਇਆ ਉਹਨਾਂ ਨੇ ਵੀ ਤੁਸੀਂ ਆ ਜਾਓ ਨੀਚੇ, ਤੁਹਾਡੀ ਮੀਟਿੰਗ ਕਰਾ ਦਾਂਗੇ ਸੀਐਮ ਸਰ ਨਾਲ ਜਾਂ ਕੁਝ ਵੀ। ਉਹਨਾਂ ਨੇ ਕੁਝ ਨਹੀਂ ਕਿਹਾ ਸਾਨੂੰ ਇੱਦਾਂ ਦਾ। ਅੱਛਾ, ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਸਰਕਾਰ ਦਾ ਪੱਖ ਮੈਂ ਰੱਖਦਾ। ਸਰਕਾਰ ਇਹ ਕਹਿੰਦੀ ਆ ਕਿ ਸਿਸਟਮ ਬਹੁਤ ਵਿਗੜਿਆ ਹੋਇਆ, ਪਿਛਲੀਆਂ ਸਰਕਾਰਾਂ ਬਹੁਤ ਜ਼ਿਆਦਾ ਖਰਾਬ ਕਰ ਗਈਆਂ, ਸਾਨੂੰ ਸਮਾਂ ਦਿਓ। ਮੈਂ ਭਗਵੰਤ ਮਾਨ ਨੂੰ ਕੱਲ੍ਹ ਵੀ ਸੁਣ ਰਿਹਾ ਸੀ, ਸੀਐਮ ਸਾਹਿਬ ਨੂੰ, ਤੇ ਅੱਜ ਵੀ ਅਸੀਂ ਤਾਂ ਰੋਜ਼ ਸੁਣਦੇ, ਤੇ ਉਹ ਕਹਿੰਦੇ ਨੇ ਵੀ ਸਾਨੂੰ ਥੋੜ੍ਹਾ ਜਿਹਾ ਸਮਾਂ ਚਾਹੀਦਾ, ਠੰਮਾ ਰੱਖੋ, ਅਸੀਂ ਸੈੱਟ ਕਰਕੇ ਸਾਰਾ ਕੁਝ ਸਾਰਿਆਂ ਦੀ ਬਾਂਹ ਫੜਾਂਗੇ ਹੌਲੀ ਹੌਲੀ, ਪਰ ਸਾਨੂੰ ਸਮਾਂ ਤਾਂ ਦਿਓ ਨਾ। ਚਲੋ ਸਰ ਤੁਹਾਡੀ ਗੱਲ ਸਹੀ ਹੈ, ਅਸੀਂ ਮੰਨਦੇ ਹਾਂ ਸਿਸਟਮ ਬਹੁਤ ਖਰਾਬ ਸੀ ਹੈ ਨਾ। ਇੰਨੇ ਟਾਈਮ ਬਾਅਦ ਇੱਕ ਦਿਨ ਥੋੜ੍ਹੇ ਟਾਈਮ 'ਚ ਨਹੀਂ ਸਹੀ ਹੁੰਦਾ,
ਪਰ ਕੋਲ ਦੀ ਆ ਕੇ ਇੱਕ ਵਿਸ਼ਵਾਸ ਤਾਂ ਦਿਲਾ ਕੇ ਜਾਓ, ਸਾਨੂੰ ਵਿਸ਼ਵਾਸ ਦਿਲਾ ਕੇ ਜਾਓ। ਜੇ ਸਾਡਾ ਇਕੱਲਿਆਂ ਦਾ ਕੰਮ ਨਹੀਂ ਹੁੰਦਾ, ਸਾਰਿਆਂ ਦੇ ਹੋਰ ਕੰਮ ਕਿਵੇਂ ਹੋ ਜਾਂਦੇ? ਇਕੱਲਾ 646 ਪੀਟੀਆਂ ਦਾ ਕੰਮ ਹੀ ਵੱਡਾ ਗਾ, ਕਾਲਾ ਸਾਰਾ ਸਿਸਟਮ 646 ਪੀਟੀਆਂ ਦੇ ਖਰਾਬ ਹੋ ਗਿਆ ਤੇ ਸਾਰਿਆਂ ਦੇ ਕੰਮ ਹੋਈ ਜਾਂਦੇ, ਹੋਰਾਂ ਭਰਤੀ ਹੋਈ ਜਾਂਦੇ ਨੇ, ਸਾਰਾ ਕੁਝ ਹੋ ਜਾਂਦਾ। ਸਿਰਫ ਸਾਡੀ ਭਰਤੀ ਵੇਲੇ ਕਿਉਂ ਟਾਈਮ ਚਾਹੀਦਾ ਗਾ? ਸਾਨੂੰ ਇੱਕ ਗੱਲ ਦੱਸੀ ਵੀ, ਸਾਨੂੰ ਵਿਸ਼ਵਾਸ ਦਿਲਾਇਆ ਜਾਵੇ ਕਿੰਨਾ ਟਾਈਮ ਚਾਹੀਦਾ, ਕਦੋਂ ਭਰਤੀ ਕੀਤੀ ਜਾਊਗੀ। 3 ਮਹੀਨੇ ਜਦੋਂ ਵੋਟਾਂ ਦਾ ਟਾਈਮ ਸੀ ਉਦੋਂ ਸਾਡੇ ਕੋਲ ਖੁਦ ਆਉਂਦੇ ਸੀ, ਹੁਣ ਅਸੀਂ 3.5 ਮਹੀਨੇ ਚੱਪਲਾਂ ਘਸਾਈਆਂ ਇਹਨਾਂ ਮੂਹਰੇ, ਸਾਨੂੰ ਕੋਈ ਨਹੀਂ ਮਿਲਿਆ। ਆਖਰ ਕੇ ਟੈਂਕੀ ਤੇ ਚੜ੍ਹਨ ਦੀ ਸਾਨੂੰ ਨੌਬਤ ਕਦੋਂ ਆਈ? ਜਦੋਂ ਸਾਨੂੰ ਮੀਟਿੰਗ ਮਿਲ ਜਾਂਦੀ ਸੀ, ਜਿਵੇਂ ਸਵੇਰੇ ਮੀਟਿੰਗ ਆ, ਅੱਜ ਸ਼ਾਮ ਨੂੰ ਫੋਨ ਆ ਜਾਂਦਾ ਤੁਹਾਡੀ ਮੀਟਿੰਗ ਕੈਂਸਲ ਆ। ਫਿਰ ਸਾਨੂੰ ਘੱਟੋ ਘੱਟ 7-8 ਵਾਰ ਸਾਡੇ ਨਾਲ ਇਹ ਸੀਨ ਹੋਇਆ, ਫਿਰ ਅੱਕ ਕੇ ਸਾਨੂੰ ਆ ਡਿਸੀਜਨ ਲੈਣਾ ਪਿਆ ਸਰ। ਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਘੱਟੋ ਘੱਟ ਸਰਕਾਰ ਵਿਸ਼ਵਾਸ ਤਾਂ ਦਿਵਾਵੇ ਕਿ ਗੱਲਬਾਤ ਤਾਂ ਕਰੇ। ਤੁਸੀਂ ਚਾਹੁੰਦੇ ਹੋ ਵੀ ਸਰਕਾਰ ਗੱਲਬਾਤ ਕਰਨ ਦੇ ਲਈ ਵੀ ਤਿਆਰ ਨਹੀਂ ਹੈਗੀ, ਹੱਲ ਦੂਰ ਦੀ ਗੱਲ ਆ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਗੱਲਬਾਤ ਸਾਡੇ ਨਾਲ ਕੋਈ ਕਰਨ 'ਚ ਨਹੀਂ ਆ ਰਿਹਾ ਤੇ ਸਾਡੀ ਤਾਂ ਸਿਰਫ ਇੱਕ ਮੰਗ ਆ, ਸਾਡਾ ਸਭ ਕੁਝ ਹੋ ਚੁੱਕਿਆ। 646 ਦੀ ਮੈਰਿਟ ਲਿਸਟ ਜਾਰੀ ਕਰ ਦਿਓ, ਅਸੀਂ ਉੱਤਰ ਜਾਾਂਗੇ। ਅਸੀਂ ਇੰਨੇ ਧੁੱਪ 'ਚ ਕਿਉਂ ਬੈਠਾਂਗੇ? ਸਾਡੀ ਸਿਰਫ ਇਹੀ ਮੰਗ ਆ ਕਿ ਸਾਡੀ ਜੋ ਮੈਰਿਟ ਲਿਸਟ ਜਾਰੀ ਕੀਤੀ ਜਾਵੇ। ਸਰਕਾਰ ਕੋਲ ਜਦੋਂ ਇੰਨੇ ਕੰਮ ਸਿਸਟਮ ਖਰਾਬ ਹੋਣ ਤੋਂ ਬਾਅਦ ETT ਦੀ ਵੀ ਭਰਤੀ ਕਰ ਰਹੇ, ਸਾਰਿਆਂ ਦੀ ਕਰ ਰਹੇ, ਆਹ ਟਾਈਮ 'ਚ ਕਹਿੰਦੇ ਕੋਈ ਕੰਮ ਨਹੀਂ ਹੁੰਦਾ, ਕੋਈ ਐਲਾਨ ਨਹੀਂ ਕਰਦਾ। ਮੁੱਖ ਮੰਤਰੀ ਜੀ ਕਿਵੇਂ ਐਲਾਨ ਕਰੀ ਜਾਂਦੇ ਨੇ? ਜਿਹੜੀ ਸਾਡੀ ਮੈਰਿਟ ਲਿਸਟ ਆ ਨਾ, ਜੇ CM ਜੀ ਹੁਕਮ ਕਰ ਦੇਣ, ਉਹ ਰਾਤੇ ਰਾਤ 'ਚ ਪੈ ਸਕਦੀ ਆ। ਸਭ ਕੁਝ ਹੋ ਚੁੱਕਿਆ ਗਾ, ਸਾਨੂੰ ਨਹੀਂ ਪਤਾ ਕੀ ਗੱਲ ਆ, ਡਿਪਾਰਟਮੈਂਟ ਕਿਉਂ ਸਾਡੀ ਭਰਤੀ ਨਹੀਂ ਕਰਨਾ ਚਾਹੁੰਦਾ, ਜਦੋਂ ਮੁੱਖ ਮੰਤਰੀ ਸਾਡੀ ਕਿਉਂ ਨਹੀਂ ਸੁਣਨਾ ਚਾਹੁੰਦੇ। ਪਰ ਇੱਕ ਗੱਲ ਦੱਸਿਓ ਤੁਸੀਂ ਕਿ ਜਦੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ, ਤਾਂ ਕੀ ਤੁਸੀਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਸਮਰਥਨ ਕੀਤਾ ਸੀ? ਹਾਂਜੀ ਸਰ, ਮਤਲਬ ਕਿ ਸਕੂਲ ਟਾਈਮ ਸਭ ਛੱਡ ਕੇ ਸਭ ਘਰੋਂ ਘਰ ਜਾਂ ਰਿਸ਼ਤੇਦਾਰਾਂ ਨੂੰ ਪੂਰਾ ਸਾਥ ਦਿੱਤਾ ਸੀ। ਆ ਸਾਡੇ ਪ੍ਰਧਾਨ ਜੀ ਨੇ ਇਹ ਦਿਨ ਰਾਤ ਉਹਨਾਂ ਦੇ ਨਾਲ ਰਹਿੰਦੇ ਸੀ ਵੋਟਾਂ ਨਾਲ। ਜਦੋਂ ਭਰਤੀ ਉਹ ਸਰਕਾਰ ਆ ਗਈ, ਸਾਡੀ ਕਿਸੇ ਨੇ ਕੋਈ ਸੁਣ ਕੇ, ਸਾਡੀ ਕਿਸੇ ਨੇ ਮੂਹਰੇ ਲੱਗ ਕੇ ਸਾਡੇ ਉਹ ਨਹੀਂ ਹਰਪਾਲ ਚੀਮਾ ਜੀ ਤੇ ਆਪਣੇ ਬੁੱਧ ਰਾਮ ਜੀ ਸਭ ਨਾਲ, ਅਸੀਂ ਉਹਨਾਂ ਦੀ ਇੰਨੀ ਮਦਦ ਕੀਤੀ। ਜੋ ਸਰਕਾਰ ਬਣ ਗਈ, ਤੁਸੀਂ ਕੌਣ ਅਸੀਂ ਕੌਣ, ਉਹ ਕੰਮ ਹੋਇਆ ਸਰ ਸਾਡੇ ਨਾਲ। ਤਾਂ ਫਿਰ ਤੁਸੀਂ ਕੀ ਫਰਕ ਦੇਖਦੇ ਹੋ ਪਿਛਲੀਆਂ ਸਰਕਾਰਾਂ, ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ 'ਚ? ਸਰ ਤੁਹਾਡੇ ਸਾਹਮਣੇ ਫਰਕ ਆ। ਤੁਹਾਡੇ ਨਜ਼ਰੀਏ ਤੁਸੀਂ ਜਾਣਨਾ ਚਾਹੁੰਦੇ ਹੋ? ਸਾਡੇ ਨਜ਼ਰੀਏ ਸਰ, ਅਸੀਂ ਉਦੋਂ ਵੀ ਟੈਂਕੀਆਂ ਤੇ ਸੀ, ਹੁਣ ਵੀ ਟੈਂਕੀਆਂ ਤੇ ਸਰ। ਨਜ਼ਰ ਫਰਕ ਕੋਈ ਨਹੀਂ, ਚਿਹਰੇ ਬਦਲੇ ਨੇ। ਕੁਰਸੀ ਤੇ ਸਾਰਾ ਬੰਦਾ ਬੈਠਣ ਤੋਂ ਬਾਅਦ ਪਤਾ ਨਹੀਂ ਇਨਸਾਨ ਦੀ ਸੋਚ ਚੇਂਜ ਹੋ ਜਾਂਦੀ ਹੈ ਜਾਂ ਸਾਨੂੰ ਨਹੀਂ ਪਤਾ, ਉਹੀ ਕੁਛ ਆ, ਕੁਛ ਵੀ ਨਹੀਂ ਬਦਲਿਆ ਹੈਗਾ। ਸਿਰਫ ਕੁਰਸੀਆਂ ਤੇ ਚਿਹਰੇ ਬਦਲੇ ਨੇ ਤੇ ਮਾਹੌਲ ਕੰਮ ਸਾਰਾ ਕੁਝ ਉਵੇਂ ਆ। ਉਦੋਂ ਵੀ ਅਸੀਂ ਟੈਂਕੀਆਂ ਤੇ ਚੜ੍ਹਦੇ ਸੀ, ਉਦੋਂ ਵੀ ਧਰਨੇ ਲੱਗਦੇ ਸੀ, ਹੁਣ ਵੀ ਲੱਗ ਰਹੇ ਨੇ ਸਰ। ਅੱਛਾ, ਇੱਕ ਗੱਲ ਹੁੰਦੀ ਹੈ ਸਰਕਾਰ ਹੁੰਦੀ ਹੈ, ਸਰਕਾਰ ਦਾ ਪੱਖ ਹੋਰ ਹੁੰਦਾ। ਜਦੋਂ ਜਿਹੜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ, ਜਿਵੇਂ ਪਿਛਲੀ ਸਰਕਾਰ ਸੀ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਇੱਕ ਵਿਰੋਧੀ ਪਾਰਟੀਆਂ ਸੀਗੀਆਂ, ਤੇ ਉਦੋਂ ਵਿਰੋਧੀ ਪਾਰਟੀਆਂ ਬੇਰੁਜ਼ਗਾਰਾਂ ਦੇ ਨਾਲ ਖੜਦੀਆਂ ਨੇ। ਕੀ ਹੁਣ ਵੀ ਉਹੀ ਚੱਲ ਰਿਹਾ ਕਿ ਕਾਂਗਰਸ ਤੇ ਅਕਾਲੀ ਦਲ ਆ ਕੇ ਤੁਹਾਡੇ ਪੱਖ 'ਚ ਬੋਲਦੇ ਨੇ ਤੇ ਆਮ ਆਦਮੀ ਪਾਰਟੀ ਤੁਹਾਡੀ ਗੱਲ ਨਹੀਂ ਸੁਣਦੀ? ਸਰ ਮੈਂ ਇੱਕ ਗੱਲ ਕਹਿਣਾ ਚਾਹੂੰਗੀ, ਸ਼ਾਇਦ ਉਹਨੂੰ ਸਾਰੀਆਂ ਸਰਕਾਰਾਂ ਨੂੰ, 3-4 ਨੂੰ ਬੁਰੀ ਲੱਗੂ ਮੇਰੀ ਗੱਲ। ਜਦੋਂ ਵੋਟਾਂ ਟਾਈਮ ਸੀ, ਕਾਂਗਰਸ ਸਰਕਾਰ ਸੀ, ਉਦੋਂ ਅਕਾਲੀ ਤੇ ਆਮ ਪਾਰਟੀ ਨੇ ਪੂਰਾ ਫਾਇਦਾ ਚੱਕਿਆ, ਠੀਕ ਹੈ ਜੀ। ਹੁਣ ਆਮ ਪਾਰਟੀ ਸਰਕਾਰ ਆ, ਅਕਾਲੀ ਤੇ ਕਾਂਗਰਸ ਵਾਲੇ ਪੂਰਾ ਫਾਇਦਾ ਚੱਕ ਰਹੇ ਨੇ। ਸਾਡੀ ਤਿੰਨਾਂ ਨੇ ਨਹੀਂ ਸੁਣੀ। ਜੇ ਉਹਨਾਂ ਨੇ ਸੁਣੀ ਹੁੰਦੀ, ਅਕਾਲੀ ਨੇ, ਜੇ ਕਾਂਗਰਸ ਨੇ, ਜਾਂ ਕਿਸੇ ਨੇ, ਤੇ ਸਾਡੇ ਤੇ ਆਹ ਦਿਨ ਨਹੀਂ ਆਉਣੇ ਚਾਹੀਦੇ ਸੀ। ਜੇ ਅਕਾਲੀ ਸਰਕਾਰ ਨੇ ਸੁਣੀ ਹੁੰਦੀ, ਨਾ ਸਾਨੂੰ ਕਾਂਗਰਸ ਤੋਂ ਛਿੱਤਰ ਖਾਣ ਦੀ ਲੋੜ ਸੀ, ਆਮ ਪਾਰਟੀ ਨੂੰ ਅਸੀਂ ਕਿਉਂ ਮਾੜਾ ਕਹਿੰਦੇ। ਜੇ ਅਸੀਂ ਬਦਲਾਵ ਲਿਆਉਣ ਲਈ ਆਮ ਪਾਰਟੀ ਚੁਣੀ ਆ, ਤੇ ਤੁਸੀਂ ਇਹ ਦੇਖੋ ਕਿ ਬਦਲਾਵ ਕੁਝ ਨਹੀਂ ਆਇਆ ਸਾਡੇ, ਅਸੀਂ ਫਿਰ ਵੀ ਟੈਂਕੀਆਂ 'ਤੇ ਬੈਠੇ ਹਾਂ। ਅੱਛਾ, ਕਾਂਗਰਸ ਦੇ ਇੱਥੋਂ ਜਿਹੜੇ ਉਮੀਦਵਾਰ ਨੇ, ਦਲਵੀਰ ਸਿੰਘ ਗੋਲਡੀ ਜਾਂ ਤੁਸੀਂ ਦੱਸਿਆ ਦੂਜੇ ਸਿਮਰਨਜੀਤ ਸਿੰਘ ਮਾਨ, ਉਹ ਆਏ ਸੀਗੇ ਇੱਥੇ? ਹਾਂਜੀ, ਕੱਲ੍ਹ ਆਏ ਸੀ ਤੇ ਸਿਮਰਨਜੀਤ ਮਾਨ ਜੀ ਅੱਜ ਆਏ ਨੇ ਸਰ, ਤੇ ਗੋਲਡੀ ਸਰ ਕੱਲ੍ਹ ਆਏ ਸੀ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਅਸੀਂ ਤੁਹਾਡੇ ਨਾਲ ਖੜਾਂਗੇ। ਸਾਡੀ ਤਾਂ ਸਭ ਤੋਂ ਹੁਣ ਵੀ ਮੰਗ ਆ ਕਿ ਭਗਵੰਤ ਸਿੰਘ ਮਾਨ ਜੀ ਨੂੰ ਹੱਥ ਜੋੜ ਕੇ ਕਿ ਸਾਡੀ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਜਾਂ ਕੋਈ ਅਸੀਂ ਤੁਹਾਡੀ ਭੰਡੀ ਕਰਨ ਲਈ ਨਹੀਂ ਚੜੇ ਹੈਗੇ। ਅਕਾਲੀ ਦਲ ਆਇਆ ਇੱਥੇ? ਹਾਂਜੀ, ਅਕਾਲੀ ਦਲ ਵਾਲੇ ਵੀ ਆਏ ਨੇ ਸਰ। ਤਾਂ ਇੱਕ ਸਵਾਲ ਮੇਰਾ ਹੋਰ, ਸਾਰੀਆਂ ਉਹਨਾਂ ਪਾਰਟੀਆਂ ਨੂੰ, ਇਹ ਸਾਡਾ ਵੀ ਆ ਕਿ ਆਮ ਆਦਮੀ ਪਾਰਟੀ ਹੁਣ ਸੱਤਾ ਦੇ ਵਿੱਚ ਆ, ਇੱਥੇ ਦਲਵੀਰ ਸਿੰਘ ਗੋਲਡੀ ਵੀ ਆਉਂਦੇ ਨੇ ਜਿਹੜੇ ਕਹਿੰਦੇ ਤੁਹਾਡੇ ਨਾਲ ਖੜਾਂਗੇ। ਗੋਲਡੀ ਜੀ, 5 ਸਾਲ ਤੁਹਾਡੀ ਸਰਕਾਰ ਸੀ, ਤੁਸੀਂ ਦੱਸੋ ਤੁਸੀਂ ਕਿੰਨਾ ਕੁ ਚਿਰ ਇਹਨਾਂ ਦੇ ਨਾਲ ਖੜੇ? ਭਰਤੀ 2011 ਦੀ ਆ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਡਾ ਸਵਾਲ ਆ, 11 ਤੋਂ ਲੈ ਕੇ 17 ਤੱਕ ਤੁਸੀਂ ਸੀ ਸੱਤਾ ਦੇ ਵਿੱਚ 6 ਸਾਲ ਦੇ ਲਈ, ਤਾਂ ਤੁਸੀਂ ਉਦੋਂ ਇਹਨਾਂ ਦੇ ਨਾਲ ਕਿੰਨਾ ਖੜੇ? ਤਾਂ ਆਮ ਆਦਮੀ ਪਾਰਟੀ ਜਿਹੜੀ ਹੁਣ ਸੱਤਾ ਦੇ ਵਿੱਚ ਆ, ਜਿਹੜੀ ਪਿਛਲੇ 5 ਸਾਲ 7 ਸਾਲ ਤੋਂ ਇਹਨਾਂ ਨੂੰ ਕਹਿ ਰਹੇ ਕਿ ਅਸੀਂ ਤੁਹਾਡੇ ਨਾਲ ਖੜਾਂਗੇ, ਤਾਂ ਹੁਣ ਉਹ ਇਹਨਾਂ ਦੇ ਨਾਲ ਕਿੰਨਾ ਖੜਦੀ ਆ? ਇਹ ਸਵਾਲ ਸਾਰੀਆਂ ਪਾਰਟੀਆਂ ਨੂੰ, ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਹੁੰਦੇ ਹੋ ਉਦੋਂ ਤੁਹਾਡਾ ਬੇਰੁਜ਼ਗਾਰਾਂ ਨਾਲ ਬਿਹੇਵੀਅਰ ਹੋਰ ਹੁੰਦਾ, ਉਦੋਂ ਤੁਸੀਂ ਮਿੱਠੀਆਂ ਗੋਲੀਆਂ ਹੋਰ ਦਿੰਦੇ ਹੋ, ਤੇ ਜਦੋਂ ਤੁਸੀਂ ਵਿਰੋਧ ਦੇ ਵਿੱਚ ਹੁੰਦੇ ਹੋ, ਚਾਹੇ ਹੁਣ ਉਹ ਇਸ ਵੇਲੇ ਕਾਂਗਰਸ ਆ, ਚਾਹੇ ਅਕਾਲੀ ਦਲ ਆ, ਚਾਹੇ ਕੋਈ ਵੀ ਹੋਰ ਆ ਦੂਜਾ ਤੀਜਾ,
ਤਾਂ ਹੁਣ ਤੁਹਾਡੀ ਭਾਸ਼ਾ ਹੋਰ ਹੁੰਦੀ ਆ, ਹੁਣ ਤੁਸੀਂ ਸਿਰਫ ਸਿਆਸਤ ਕਰਨੀ ਹੁੰਦੀ ਆ। ਤੇ ਅਖੀਰ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸਰਕਾਰ ਨੂੰ? ਮੈਂ ਤਾਂ ਇਹ ਕਹਿਣਾ ਚਾਹਨੀ ਆ, ਦੇਖੋ ਗਰੀਬ ਇਨਸਾਨ ਉੱਥੇ ਹੀ ਪਿਸਦਾਗਾ, ਪਰ ਸਰਕਾਰਾਂ ਨੇ ਬਦਲਦੀਆਂ ਨੇ, ਇਹ ਸਿਰਫ ਆਪਦੀ ਰੋਟੀ ਸੇਕਦੇ ਨੇ। ਹੁਣ ਜੇ ਅਕਾਲੀ ਆ ਰਹੇ ਨੇ, ਕਾਂਗਰਸ, ਅਸੀਂ ਕਹਿੰਦੇ ਵੀ ਸਾਡੇ ਦੁੱਖ 'ਚ ਖੜੇ ਨੇ, ਪਰ ਸੱਚਾਈ ਇਹ ਆ, ਚਾਹੇ ਬੁਰੀ ਲੱਗੇ, ਪਰ ਸਭ ਰੋਟੀਆਂ ਸੇਕ ਰਹੇ ਨੇ। ਪਰ ਜਿੰਨੇ ਦਿਨ ਵੋਟਾਂ ਨੇ ਉਹ ਉਹਨੇ ਦਿਨ ਹੀ ਆਉਣਗੇ ਨਾ। ਵੋਟਾਂ ਤੋਂ ਬਾਅਦ ਚਾਹੇ ਦਲਵੀਰ ਸਿੰਘ ਗੋਲਡੀ ਨੇ, ਚਾਹੇ ਸਿਮਰਨਜੀਤ ਸਿੰਘ ਮਾਨ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦਾ, ਚਾਹੇ ਕੋਈ ਹਜ਼ਾਰ ਹੈ, ਦੂਜਾ ਤੀਜਾ ਕਾਮਰੇਡ ਆ, ਕੋਈ ਵੀ ਆ, ਪਰ ਵੋਟਾਂ ਤੋਂ ਬਾਅਦ ਦੇਖਾਂਗੇ ਨਾ ਤੁਹਾਡੇ ਕੋਲ ਕਿੰਨਾ ਕੁ ਆਉਂਦੇ ਹੋ। ਸਰ ਤੁਹਾਡੇ ਸਾਹਮਣੇ ਜਦੋਂ ਸਰਕਾਰ ਸੀ ਉਦੋਂ ਨਹੀਂ ਕੋਈ ਆਇਆ, ਕਿਸੇ ਨੇ ਨਹੀਂ ਪੁੱਛਣਾ, ਸਾਡੀ ਕਿਸੇ ਨੇ ਕੁਝ ਨਹੀਂ। ਅਸੀਂ ਹੁਣ ਵੀ ਇੱਕ ਗੱਲ ਕਹਿੰਦੇ ਆ ਕਿ ਸੀਐਮ ਭਗਵੰਤ ਮਾਨ ਜੀ ਨੂੰ ਅਸੀਂ ਉਹਦੇ ਭਰਾ ਸਮਝਦੇ ਆ ਕਿ ਸਾਡੀ ਤੁਹਾਡੇ ਤੱਕ ਆ, ਕਿਉਂਕਿ ਅੱਜ ਦੇ ਟਾਈਮ 'ਚ ਤੁਸੀਂ ਸਾਡੇ ਮਾਪਿਓ ਹੋ, ਕਿਉਂ ਜੋ ਮੁੱਖ ਮੰਤਰੀ ਹੁੰਦਾ ਮਾਪਿਓ ਹੀ ਹੁੰਦਾਗਾ, ਵੀ ਤੁਸੀਂ ਸਾਡੇ ਮਾਪਿਓ ਤੇ ਤੁਹਾਡੇ ਤੇ ਅਰਦਾਸ ਬੇਨਤੀ ਕਰਦੇ ਆ ਕਿ ਸਾਡੀ ਭਰਤੀ ਕੀਤੀ ਜਾਵੇ, 646 ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ। ਜੇ ਤੁਸੀਂ ਹੁਕਮ ਦੋਗੇ, ਰਾਤੇ ਰਾਤ 'ਚ ਕੀ ਨਹੀਂ ਹੋ ਸਕਦਾ, ਸਰਕਾਰ ਸਭ ਕੁਝ ਕਰ ਸਕਦੀ ਸਰ, ਤੁਹਾਨੂੰ ਪਤਾਗਾ। ਤਾਂ ਆ ਭੈਣ ਵੀ ਨਾਲ ਕੁਝ ਕਹਿਣਾ ਚਾਹੁੰਦੇ ਨੇ, ਕੀ ਕਹਿਣਾ ਚਾਹੁੰਦੇ? ਵੀਰੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਆ ਸਾਰੀਆਂ ਸਰਕਾਰਾਂ ਨੂੰ ਵੀ ਆਪਦੇ ਮਤਲਬ ਲਈ ਸਾਰਾ ਕੁਝ ਕਰਦੇ ਨੇ। ਬਸ ਇੱਕ ਜਿਵੇਂ ਪੁਰਾਣੀ ਕਹਾਵਤ ਨਹੀਂ ਵੀ ਗਾਂ ਖੱਟਿਆ ਤੇ ਪਾਸਾ ਵਟਿਆ, ਬਸ ਸਾਡੇ ਤੇ ਉਹ ਪੂਰੀ ਤਰ੍ਹਾਂ ਲਾਗੂ ਹੁੰਦੀ ਆ ਵੀ ਆਪਦੇ ਲਈ ਅਸੀਂ ਸਾਰੀਆਂ ਪਾਰਟੀਆਂ ਲਈ ਅਸੀਂ ਸਾਰਾ ਉਹ ਕਰਕੇ ਦੇਖ ਲਿਆ, ਪਰ ਸਾਨੂੰ ਸਾਡੀ ਕਿਸੇ ਪਾਰਟੀ ਨੇ ਸਾਡੀ ਬਾਂਹ ਨਹੀਂ ਫੜੀ ਹੈਗੀ। ਬਸ ਅਸੀਂ ਹੱਥ ਜੋੜ ਕੇ ਭਗਵੰਤ ਮਾਨ ਸਰ ਨੂੰ ਬੇਨਤੀ ਕਰਦੇ ਹਾਂ ਵੀ ਸਰ ਜੇ ਤੁਸੀਂ ਸਾਡੀ ਗੱਲ ਸੁਣਦੇ ਹੋ, ਤੁਹਾਡੇ ਤੱਕ ਪਹੁੰਚਦੀ ਆ, ਤਾਂ ਸਾਡੀ ਭਰਤੀ ਕਰ ਦਿਓ। ਬਸ ਅਸੀਂ ਖੁਸ਼ੀ ਥੱਲੇ ਉਤਰ ਜਾਂਗੇ, ਅਸੀਂ ਆਪਦੇ ਪਰਿਵਾਰ 'ਚ ਰਹਿਣਾ ਚਾਹੁੰਦੇ ਹਾਂ, ਸਾਨੂੰ ਕੋਈ ਸ਼ੌਂਕ ਨਹੀਂ ਇੱਥੇ ਟੈਂਕੀਆਂ 'ਚ ਰਹਿਣ ਦਾ। ਤੁਸੀਂ ਕਿਹਾ ਸੀ ਵੀ ਤੁਹਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ, ਕੋਈ ਟੈਂਕੀ ਤੇ ਨਹੀਂ ਚੜੂਗਾ। ਹੁਣ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੀਆਂ ਹੀ ਭੈਣਾਂ ਟੈਂਕੀ ਤੇ ਬੈਠੀਆਂ ਨੇ, ਤੁਹਾਡੇ ਹੀ ਇਲਾਕੇ ਦੇ ਵਿੱਚ ਬੈਠੀਆਂ ਨੇ। ਇਦੋਂ ਵੱਡੀ ਸ਼ਰਮ ਵਾਲੀ ਗੱਲ ਕੋਈ ਨਹੀਂ ਹੋ ਸਕਦੀ। ਬਾਕੀ ਮਾਨ ਸਾਹਿਬ ਦੇਖਦੇ ਆ ਹੁਣ ਕਿੰਨਾ ਕੁ ਸਾਡਾ ਹੱਥ ਫੜਦੇ ਆ। ਤਾਂ ਤੁਸੀਂ ਸਾਰੀ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੀ ਜਿਹੜੀ ਗੱਲਬਾਤ ਸੀ ਤੁਸੀਂ ਇਹਨਾਂ ਦੇ ਮੂੰਹ ਹੀ ਸੁਣ ਲਈ ਆ, ਤੇ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਸਰਕਾਰ ਜੋ ਪਹਿਲਾਂ ਇਹਨਾਂ ਨਾਲ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਆ ਤੇ ਹੁਣ ਉਹਨਾਂ ਦੀ ਬਾਂਹ ਵੀ ਫੜੇ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ ਸੰਗਰੂਰ ਤੋਂ।